ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਬਹੁਤ ਬਹੁਤ ਸਵਾਗਤ ਹੈ ਬੇਟੇ ਆਪ ਜੀ ਦਾ ਸਕੂਲ ਦੇ ਇਸ YouTube ਚੈਨਲ ਤੇ। ਅੱਜ ਆਪਾਂ 10ਵੀਂ ਦਾ ਜਿਹੜਾ SS ਦਾ ਸਿਵਿਕਸ ਪੋਰਸ਼ਨ ਹੈ, ਨਾਗਰਿਕ ਸ਼ਾਸਤਰ ਦਾ ਜੋ ਪਾਰਟ ਹੈ, ਉਹਦੇ ਵਿੱਚੋਂ ਪਹਿਲਾ ਲੈਸਨ ਵੈਸੇ ਬੁੱਕ ਦੇ ਵਿੱਚੋਂ ਪਾਰਟ ਨੰਬਰ 10 ਹੈ, ਉਹ ਕਰਾਂਗੇ। ਨਾਮ ਹੈ ਭਾਰਤ ਦੇ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ। ਅੱਜ ਦੀ ਇਸ ਵੀਡੀਓ ਦੇ ਵਿੱਚ ਬੇਟੇ ਆਪਾਂ ਇਸ ਦੇ ਵਿੱਚ ਵਿਸ਼ੇਸ਼ਤਾਵਾਂ ਦਾ ਜਿਹੜਾ ਟੌਪਿਕ ਹੈ ਸਿਰਫ ਉਹੀ ਕਰਾਂਗੇ, ਜਿਸ ਦੇ ਵਿੱਚ ਭਾਰਤ ਦਾ ਜਿਹੜਾ ਸੰਵਿਧਾਨ ਹੈ ਉਸਦੀ ਪ੍ਰਸਤਾਵਨਾ ਬਾਰੇ ਔਰ ਕੀ ਉਹਦੀਆਂ ਵਿਸ਼ੇਸ਼ਤਾਵਾਂ ਨੇ। ਲੰਬਾ ਔਰ ਵਿਸਤ੍ਰਿਤ ਸੰਵਿਧਾਨ ਹੈ, ਲਚੀਲਾ ਅਤੇ ਕਠੋਰ ਸੰਵਿਧਾਨ ਹੈ, ਸ਼ਕਤੀਆਂ ਦੀ ਉਹਦੇ 'ਚ ਵੰਡ ਕੀਤੀ ਗਈ ਹੈ, ਹਰ ਚੀਜ਼ ਬੜੇ ਵਿਸਤਾਰ ਨਾਲ ਲਿਖੀ ਗਈ ਹੈ, ਮੌਲਿਕ ਅਧਿਕਾਰਾਂ ਦਾ ਜ਼ਿਕਰ ਕੀਤਾ ਗਿਆ ਹੈ, ਰਾਜ ਨੂੰ ਕਿਸ ਤਰ੍ਹਾਂ ਚਲਾਈਦਾ ਹੈ ਯਾਨੀ ਨੀਤੀ ਨਿਰਦੇਸ਼ਕ ਸਿਧਾਂਤਾਂ ਦਾ ਜ਼ਿਕਰ ਕੀਤਾ ਗਿਆ ਹੈ। ਇਹ ਸਾਰਾ ਚੀਜ਼ਾਂ ਆਪਾਂ ਇਸ ਵੀਡੀਓ ਦੇ ਵਿੱਚ ਦੇਖਦੇ ਹਾਂ। ਤੇ ਚਲੋ ਫਿਰ ਆਓ ਸ਼ੁਰੂ ਕਰਦੇ ਹਾਂ। ਨਾਗਰਿਕ ਸ਼ਾਸਤਰ ਦਾ ਇਹ ਪਹਿਲਾ ਲੈਸਨ ਹੈ, ਭਾਰਤ ਦੇ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ। ਸਿਵਿਕਸ ਦਾ ਜਿਹੜਾ ਪਹਿਲਾ ਲੈਸਨ ਹੈ ਬੇਟੇ ਆਪਾਂ ਉਹ ਅੱਜ ਸ਼ੁਰੂ ਕਰਦੇ ਹਾਂ, ਜਿਹਦਾ ਟੌਪਿਕ ਹੈ ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ, ਫੀਚਰਸ ਆਫ ਦਾ ਇੰਡੀਅਨ ਕੌਂਸਟੀਟਿਊਸ਼ਨ। ਸੰਵਿਧਾਨ ਇੱਕ ਮੌਲਿਕ ਕਾਨੂੰਨੀ ਦਸਤਾਵੇਜ਼ ਹੁੰਦਾ ਹੈ ਜਿਸ ਦੇ ਅਨੁਸਾਰ ਦੇਸ਼ ਦੀ ਸਰਕਾਰ ਦਾ ਸੰਚਾਲਨ ਕੀਤਾ ਜਾਂਦਾ ਹੈ। ਦੇਸ਼ ਦਾ ਇਹ ਮੂਲ ਕਾਨੂੰਨ ਸਰਕਾਰ ਦੇ ਅੰਗਾਂ ਦੇ ਸੰਗਠਨ, ਕਾਰਜਾਂ ਅਤੇ ਆਪਸੀ ਸੰਬੰਧਾਂ ਦੀ ਵਿਆਖਿਆ ਅਤੇ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦੀ ਹੱਦਬੰਦੀ ਕਰਦਾ ਹੈ। ਸੰਵਿਧਾਨ ਦੇਸ਼ ਦੇ ਦੂਜੇ ਸਾਰੇ ਕਾਨੂੰਨਾਂ ਤੋਂ ਸ੍ਰੇਸ਼ਟ ਹੁੰਦਾ ਹੈ ਤੇ ਕੋਈ ਵੀ ਅਜਿਹਾ ਕਾਨੂੰਨ ਨਹੀਂ ਬਣਾਇਆ ਜਾ ਸਕਦਾ ਜੋ ਸੰਵਿਧਾਨ ਦੀ ਉਲੰਘਣਾ ਕਰਦਾ ਹੋਵੇ ਜਾਂ ਸੰਵਿਧਾਨ ਦੇ ਅਨੁਸਾਰ ਨਾ ਹੋਵੇ। ਹੁਣ ਮੂਲ ਰੂਪ 'ਚ ਜਿਹੜਾ ਸੰਵਿਧਾਨ ਹੈ ਉਹ ਕਿਸੇ ਵੀ ਦੇਸ਼ ਦਾ ਜਿਹੜਾ ਹੈ ਸ੍ਰੇਸ਼ਟ ਕਾਨੂੰਨ ਕਹਿ ਸਕਦੇ ਹੋ। ਜਿੰਨਾ ਵੀ ਸਿਸਟਮ ਕਿਸੇ ਦੇਸ਼ ਵਿੱਚ ਚੱਲਦਾ ਹੈ, ਅਗਰ ਆਪਣੇ ਦੇਸ਼ ਦੀ ਗੱਲ ਕਰੀਏ ਤਾਂ ਆਪਣੇ ਦੇਸ਼ ਵਿੱਚ ਚੱਲਦਾ ਹੈ ਤਾਂ ਉਹ ਸੰਵਿਧਾਨ ਦੇ ਅਨੁਸਾਰ ਚੱਲਦਾ। ਜੋ ਭਾਰਤ ਦੇ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ, ਭਾਰਤ ਦੀ ਸਰਕਾਰ ਜਿਹੜੀ ਹੈ ਉਹਦੇ ਅਨੁਸਾਰ ਜਿਹੜਾ ਭਾਰਤ ਦਾ ਰਾਜ ਪ੍ਰਬੰਧ ਹੈ ਉਹ ਚਲਾਉਂਦੀ ਹੈ। ਹੁਣ ਸਭ ਤੋਂ ਪਹਿਲੇ ਜਿਹੜਾ ਸੰਵਿਧਾਨ ਦੇ ਵਿੱਚ ਪ੍ਰਸਤਾਵਨਾ ਜਿਹੜੀ ਹੈ ਉਹ ਲਿਖੀ ਹੋਈ ਹੈ। ਭਾਰਤ ਦਾ ਸੰਵਿਧਾਨ 9 ਦਸੰਬਰ 1946 ਈਸਵੀ ਨੂੰ ਬਣਨਾ ਆਰੰਭ ਹੋਇਆ ਅਤੇ 26 ਨਵੰਬਰ 1949 ਈਸਵੀ ਨੂੰ ਸੰਵਿਧਾਨ ਸਭਾ ਦੁਆਰਾ ਅੰਤਿਮ ਰੂਪ ਵਿੱਚ ਪਾਸ ਕਰ ਦਿੱਤਾ ਗਿਆ। 26 ਜਨਵਰੀ 1950 ਤੋਂ ਇਹ ਸੰਵਿਧਾਨ ਸਾਰੇ ਦੇਸ਼ ਵਿੱਚ ਲਾਗੂ ਹੋ ਗਿਆ। ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਭਾਰਤੀ ਸ਼ਾਸਨ ਪ੍ਰਣਾਲੀ ਦੇ ਮੂਲ ਸਿਧਾਂਤਾਂ ਵੱਲ ਸੰਕੇਤ ਅਤੇ ਉਸਦੇ ਬੁਨਿਆਦੀ ਉਦੇਸ਼ਾਂ ਨੂੰ ਉਲੀਕਿਆ ਗਿਆ ਹੈ। ਪ੍ਰਸਤਾਵਨਾ ਵਿੱਚ ਕੀ ਕਿਹਾ ਗਿਆ, ਲਓ ਉਹ ਆਪਾਂ ਪੜ੍ਹ ਲੈਂਦੇ ਹਾਂ। ਅਸੀਂ ਯਾਨੀ ਕਿਉਂਕਿ ਇਹ ਭਾਰਤ ਦੇ ਲੋਕਾਂ ਦੀ ਗੱਲ ਹੈ, ਸਾਡੀ ਗੱਲ ਹੈ। ਅਸੀਂ ਭਾਰਤ ਦੇ ਲੋਕ ਭਾਰਤ ਨੂੰ ਇੱਕ ਸੰਪੂਰਨ ਪ੍ਰਭੂ ਸੱਤਾ ਸੰਪੰਨ ਸਮਾਜਵਾਦੀ, ਪ੍ਰਭੂ ਸੱਤਾ ਸੰਪੰਨ ਦਾ ਮਤਲਬ ਹੁੰਦਾ ਹੈ ਕਿ ਭਾਰਤ ਦੇਸ਼ ਜਿਹੜਾ ਹੈ ਉਸਦੇ ਕੋਲੇ ਪ੍ਰਭੂ ਸੱਤਾ ਹੈ, ਯਾਨੀ ਦੇਸ਼ ਦੇ ਅੰਦਰੂਨੀ ਮਾਮਲਿਆਂ 'ਚ ਜਾਂ ਦੇਸ਼ ਦੇ ਬਾਹਰੀ ਮਾਮਲਿਆਂ 'ਚ ਭਾਰਤ ਜਿਹੜਾ ਹੈ ਉਹ ਆਪਦੇ ਫੈਸਲੇ ਖੁਦ ਕਰਦਾ ਹੈ। ਪ੍ਰਭੂ ਸੱਤਾ ਸੰਪੰਨ ਦਾ ਮਤਲਬ ਇਹ ਹੈ। ਸਮਾਜਵਾਦੀ ਯਾਨੀ ਲੋਕਾਂ ਦੇ ਹਿੱਤ ਵਿੱਚ, ਉਹਨਾਂ ਦੇ ਕਲਿਆਣ ਦਾ ਧਿਆਨ ਰੱਖਦੇ ਹੋਏ, ਭਲਾਈ ਦਾ ਧਿਆਨ ਰੱਖਦੇ ਹੋਏ। ਧਰਮ ਨਿਰਪੱਖਤਾ ਅਤੇ ਲੋਕਤੰਤਰੀ ਗਣਰਾਜ ਦੀ ਸਥਾਪਨਾ ਕਰਨ। ਧਰਮ ਨਿਰਪੱਖਤਾ ਦਾ ਮਤਲਬ ਹੈ ਬਿਨਾਂ ਕਿਸੇ ਧਰਮ ਨੂੰ ਅਪਣਾਏ ਹੋਏ, ਯਾਨੀ ਜਿੱਥੇ ਸਾਰੇ ਧਰਮ ਸਮਾਨ ਹੋਣ। ਲੋਕਤੰਤਰੀ ਗਣਰਾਜ ਯਾਨੀ ਲੋਕਾਂ ਦੇ ਰਾਜ ਦੀ ਸਥਾਪਨਾ ਕਰਨ। ਉਸ ਦੇ ਸਾਰੇ ਨਾਗਰਿਕਾਂ ਨੂੰ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ ਦੇਣ। ਜਿੰਨੇ ਵੀ ਨਾਗਰਿਕ ਯਾਨੀ ਲੋਕ ਨੇ ਉਹਨਾਂ ਨੂੰ ਸਮਾਜ ਵਿੱਚ ਰਹਿੰਦੇ ਹੋਏ ਆਰਥਿਕ ਯਾਨੀ ਪੈਸੇ ਦੇ ਮਾਮਲੇ 'ਚ, ਕੰਮ ਧੰਦੇ ਦੇ ਮਾਮਲੇ 'ਚ ਔਰ ਰਾਜਨੀਤਿਕ ਨਿਆਂ ਦੇਣ। ਚਿੰਤਕ ਅਤੇ ਵਿਚਾਰ ਪ੍ਰਗਟ ਕਰਨ। ਕੋਈ ਵੀ ਮਰਜ਼ੀ ਵਿਚਾਰਧਾਰਾ ਅਪਣਾਉਣ ਜਾਂ ਜੋ ਵਿਚਾਰ ਉਹ ਪ੍ਰਗਟ ਕਰ ਸਕਦਾ ਹੈ। ਵਿਸ਼ਵਾਸ ਯਾਨੀ ਆਸਥਾ, ਸ਼ਰਧਾ, ਧਰਮ ਅਤੇ ਉਪਾਸਨਾ ਦੀ ਸੁਤੰਤਰਤਾ ਦੇਣ। ਅਵਸਰ ਅਤੇ ਰੁਤਬੇ ਦੀ ਸਮਾਨਤਾ ਪ੍ਰਾਪਤ ਕਰਨ ਅਤੇ ਸਾਰੇ ਨਾਗਰਿਕਾਂ ਵਿੱਚ ਭਾਈਚਾਰੇ ਦੀ ਭਾਵਨਾ ਦਾ ਵਿਸਤਾਰ ਕਰਨ। ਵਿਅਕਤੀ ਦੀ ਪ੍ਰਤਿਸ਼ਠਾ, ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਦ੍ਰਿੜ ਸੰਕਲਪ ਹੋ ਕੇ ਆਪਣੀ ਸੰਵਿਧਾਨ ਸਭਾ ਵਿੱਚ 26 ਨਵੰਬਰ 1949 ਦੇ ਦਿਨ ਇਸ ਸੰਵਿਧਾਨ ਨੂੰ ਅੰਗੀਕਾਰ, ਅਧਿਨਿਯਮਿਤ ਅਤੇ ਆਤਮ ਸਮਰਪਣ ਕਰਦੇ ਹਾਂ। ਇਹ ਜਿਹੜੀ ਪ੍ਰਸਤਾਵਨਾ ਹੈ
ਇਹ ਸੰਵਿਧਾਨ ਦੇ ਸ਼ੁਰੂਆਤ ਦੇ ਵਿੱਚ ਲਿਖੀ ਗਈ ਹੈ, ਯਾਨੀ ਇਹ ਸੰਵਿਧਾਨ ਦੀ ਇੱਕ ਤਰ੍ਹਾਂ ਦੀ ਆਤਮਾ ਆਪਾਂ ਕਹਿ ਸਕਦੇ ਹਾਂ। ਇਹਦੇ ਤੋਂ ਆਪਾਂ ਨੂੰ ਪਤਾ ਲੱਗਦਾ ਕਿ ਸੰਵਿਧਾਨ ਦੇ ਵਿੱਚ ਕਿਸ ਤਰ੍ਹਾਂ ਦਾ ਸਾਰਾ ਜਿਹੜਾ ਹੈ ਸਿਸਟਮ ਹੋਏਗਾ। ਹੁਣ ਜਿਵੇਂ ਸ਼ੁਰੂ ਤੋਂ ਹੀ ਆਪਾਂ ਪੜ੍ਹ ਲਿਆ, ਲੋਕਤੰਤਰੀ ਗਣਰਾਜ ਦੀ ਸਥਾਪਨਾ, ਯਾਨੀ ਲੋਕਾਂ ਦੇ ਰਾਜ ਜਿੱਥੇ ਸਾਰੇ ਨਾਗਰਿਕ ਇੱਕ ਸਮਾਨ ਨੇ, ਉਹਨਾਂ ਨੂੰ ਸਮਾਜਿਕ, ਆਰਥਿਕ ਔਰ ਰਾਜਨੀਤਿਕ ਤੌਰ 'ਤੇ ਬਰਾਬਰੀ ਦੇ ਅਵਸਰ ਪ੍ਰਾਪਤ ਹੋ ਸਕਦੇ ਨੇ। ਧਰਮ ਨਿਰਪੱਖ ਹੈ, ਯਾਨੀ ਕੋਈ ਜਿਹੜੀ ਰਾਜ ਹੈ ਉਹ ਕਿਸੇ ਇੱਕ ਧਰਮ ਦੇ ਅਨੁਸਾਰ ਨਹੀਂ ਚੱਲੇਗਾ, ਯਾਨੀ ਲੋਕ ਕਿਸੇ ਵੀ ਧਰਮ ਨੂੰ ਮੰਨ ਸਕਦੇ ਨੇ, ਉਹਨਾਂ ਨੂੰ ਆਜ਼ਾਦੀ ਹੈ। ਰੁਤਬੇ ਦੀ ਸਮਾਨਤਾ ਜਾਂ ਕਿਸੇ ਚੀਜ਼ ਦਾ ਅਵਸਰ ਪ੍ਰਾਪਤ ਕਰਨਾ, ਇਸ ਦੇ ਮਾਮਲੇ ਸਾਰਿਆਂ ਨੂੰ ਸਮਾਨਤਾ ਹੈ। ਰਾਸ਼ਟਰ ਦੀ ਏਕਤਾ ਅਖੰਡਤਾ ਨੂੰ ਕਾਇਮ ਰੱਖਦੇ ਹੋਏ, ਯਾਨੀ ਅਸੀਂ ਜੋ ਕੰਮ ਕਰਾਂਗੇ ਉਹ ਦੇਸ਼ ਦੇ ਹਿੱਤ ਵਿੱਚ ਕਰਾਂਗੇ ਔਰ ਰਾਸ਼ਟਰ ਦੇ ਹਿੱਤ ਵਿੱਚ ਕੰਮ ਕਰਾਂਗੇ। ਤਾਂ ਇਸ ਦੀ ਪ੍ਰਸਤਾਵਨਾ ਤੋਂ ਸਾਨੂੰ ਪਤਾ ਲੱਗਦਾ ਕਿ ਸਾਡੇ ਸੰਵਿਧਾਨ ਦੇ ਵਿੱਚ ਕੀ ਲਿਖਿਆ ਹੋਇਆ ਹੈ। ਹੁਣ ਅੱਗੇ ਕੀ ਹੈ ਸੰਵਿਧਾਨ ਵਿੱਚ? ਪ੍ਰਸਤਾਵਨਾ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਭਾਰਤੀ ਲੋਕਤੰਤਰ ਨਾਗਰਿਕਾਂ ਲਈ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ, ਸਮਾਨਤਾ, ਸੁਤੰਤਰਤਾ, ਭਾਈਚਾਰਾ, ਸਧਾਰਨ ਵਿਅਕਤੀ ਦੀ ਪ੍ਰਤਿਸ਼ਠਤਾ, ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਸਿਧਾਂਤਾਂ 'ਤੇ ਆਧਾਰਿਤ ਹੋਵੇਗਾ। ਯਾਨੀ ਸਭ ਨੂੰ ਸਮਾਨ ਸਮਝਿਆ ਜਾਵੇ, ਸਭ ਨੂੰ ਆਜ਼ਾਦੀ ਮਿਲੇ, ਭਾਈਚਾਰਾ ਬਣਾਉਣ ਵਾਲੀਆਂ ਨੀਤੀਆਂ, ਸਧਾਰਨ ਵਿਅਕਤੀ ਦੀ ਪ੍ਰਤਿਸ਼ਠਾ, ਯਾਨੀ ਸਭ ਦੇ ਸਨਮਾਨ ਕਰਦੇ ਹੋਏ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਮਜ਼ਬੂਤ ਕਰਨ 'ਤੇ ਆਧਾਰਿਤ ਇਹ ਸਾਰਾ ਜਿਹੜਾ ਆਪਣਾ ਸੰਵਿਧਾਨ ਹੈ ਉਹ ਉਹਨਾਂ ਨਿਯਮਾਂ 'ਤੇ ਚੱਲੇਗਾ। ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਸਮਾਜਵਾਦੀ, ਧਰਮ ਨਿਰਪੱਖ ਅਤੇ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਦੇ ਸ਼ਬਦ 1976 ਵਿੱਚ 42ਵੀਂ ਸੰਵਿਧਾਨਿਕ ਸੋਧ ਦੁਆਰਾ ਪ੍ਰਸਤਾਵਨਾ ਵਿੱਚ ਜੋੜੇ ਗਏ ਸਨ। ਹੁਣ ਜਿਹੜਾ ਆਪਣਾ ਸੰਵਿਧਾਨ ਹੈ ਉਹਦੀਆਂ ਕੀ ਮੁੱਖ ਵਿਸ਼ੇਸ਼ਤਾਵਾਂ ਨੇ, ਆਪਾਂ ਇਹ ਪੁਆਇੰਟਸ ਤੁਹਾਡੀ ਬੁੱਕ ਦੇ ਵਿੱਚ ਲਿਖੇ ਹੋਏ ਨੇ, ਆਪਾਂ ਡਿਟੇਲ ਜਿਹੜੀ ਹੈ ਉਹ ਇਹਨਾਂ ਦੇ ਨਾਲ ਕਰਦੇ ਹਾਂ। ਸਭ ਤੋਂ ਪਹਿਲਾ ਜਿਹੜਾ ਵਿਸ਼ੇਸ਼ਤਾ ਸਾਡੇ ਸੰਵਿਧਾਨ ਦੀ ਹੈ ਉਹ ਇਹ ਸਭ ਤੋਂ ਲੰਬਾ ਅਤੇ ਵਿਸਤ੍ਰਿਤ ਸੰਵਿਧਾਨ ਹੈ। ਸਾਡਾ ਜਿਹੜਾ ਸੰਵਿਧਾਨ ਹੈ ਭਾਰਤ ਦਾ, ਉਹ ਦੁਨੀਆ ਵਿੱਚ ਸਭ ਤੋਂ ਵੱਡੇ ਆਕਾਰ ਵਾਲਾ ਲਿਖਿਤ ਸੰਵਿਧਾਨ ਹੈ, ਲਿਖਿਆ ਹੋਇਆ ਹੈ, ਜ਼ੁਬਾਨੀ ਨਹੀਂ ਹੈ ਇੰਗਲੈਂਡ ਦੀ ਤਰ੍ਹਾਂ। ਇਸ ਵਿੱਚ 395 ਅਨੁਛੇਦ ਅਤੇ 12 ਅਨੁਸੂਚੀਆਂ ਸੰਵਿਧਾਨ ਦਾ ਆਕਾਰ ਵੱਡਾ ਹੋਣ ਦੇ ਮੁੱਖ ਕਾਰਨ ਨੇ। ਇਸ ਵਿੱਚ ਸੰਘੀ ਸਰਕਾਰ ਦੀ ਸਥਾਪਨਾ ਦਾ ਵਰਣਨ ਕੀਤਾ ਗਿਆ ਹੈ। ਅਨੁਸੂਚਿਤ ਅਤੇ ਪਛੜੀਆਂ ਜਾਤੀਆਂ ਦੇ ਕਬੀਲਿਆਂ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਹੱਲ ਕਰਨ ਦਾ ਯਤਨ ਹੈ। ਇਸ ਤੋਂ ਇਲਾਵਾ ਇਸ ਵਿੱਚ ਮੌਲਿਕ ਅਧਿਕਾਰਾਂ, ਮੌਲਿਕ ਕਰਤੱਵਾਂ ਅਤੇ ਰਾਜ ਨੂੰ ਕਿਸ ਤਰ੍ਹਾਂ ਚਲਾਇਆ ਜਾਏਗਾ, ਰਾਜ ਦੇ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦਾ ਵੀ ਵਿਸਤਾਰਪੂਰਵਕ ਵਰਣਨ ਹੈ। ਇਸ ਕਰਕੇ ਲੰਬਾ ਔਰ ਵਿਸਤ੍ਰਿਤ ਸੰਵਿਧਾਨ ਹੈ, ਯਾਨੀ ਹਰ ਚੀਜ਼ ਦੀ, ਕਿਉਂਕਿ ਅਸੀਂ ਜਿਹੜੇ ਇੰਡੀਅਨ ਲੋਕ ਹਾਂ ਉਹ ਅਸੀਂ ਜ਼ੁਬਾਨੀ ਗੱਲਾਂ 'ਤੇ ਵਿਸ਼ਵਾਸ ਨਹੀਂ ਕਰਦੇ, ਅਸੀਂ ਹਰ ਚੀਜ਼ ਲਿਖਤੀ 'ਤੇ ਵਿਸ਼ਵਾਸ ਕਰਦੇ ਹਾਂ। ਇਸ ਕਰਕੇ ਲੰਬਾ ਔਰ ਵਿਸਤ੍ਰਿਤ ਸੰਵਿਧਾਨ, ਹਰ ਚੀਜ਼ ਬੜੇ ਡਿਟੇਲ ਦੇ ਨਾਲ ਇਹਦੇ ਵਿੱਚ ਦਰਜ ਹੈ। ਦੂਸਰੀ ਚੀਜ਼ ਕੀ ਹੈ ਵਿਸ਼ੇਸ਼ਤਾ? ਲਚਕੀਲਾ ਅਤੇ ਕਠੋਰ ਸੰਵਿਧਾਨ ਹੈ। ਭਾਰਤ ਦਾ ਜਿਹੜਾ ਸੰਵਿਧਾਨ ਹੈ ਉਹ ਬੜਾ ਲਚਕੀਲਾ ਵੀ ਹੈ ਕਈ ਮਾਮਲਿਆਂ 'ਚ, ਔਰ ਕਈ ਮਾਮਲਿਆਂ 'ਚ ਬੜਾ ਕਠੋਰ ਸੰਵਿਧਾਨ ਹੈ। ਲਚਕੀਲਾ ਸੰਵਿਧਾਨ ਉਹ ਹੁੰਦਾ ਹੈ ਜਿਸ ਨੂੰ ਕਿਸੇ ਵੀ ਸਮੇਂ ਬੜੀ ਆਸਾਨੀ ਨਾਲ ਅਰਥਾਤ ਸਧਾਰਨ ਬਹੁਮਤ ਨਾਲ ਬਦਲਿਆ ਜਾ ਸਕਦਾ ਹੈ, ਔਰ ਕਠੋਰ ਸੰਵਿਧਾਨ ਵਿੱਚ ਸੋਧ ਕਰਨ ਦਾ ਢੰਗ ਔਖਾ ਹੁੰਦਾ। ਯਾਨੀ ਭਾਰਤ ਦਾ ਜਿਹੜਾ ਸੰਵਿਧਾਨ ਹੈ, ਕਈ ਐਸੇ ਮਾਮਲੇ ਭਾਰਤ ਦੇ ਸੰਵਿਧਾਨ ਵਿੱਚ ਦਰਜ ਨੇ ਜਿਨ੍ਹਾਂ ਨੂੰ ਆਸਾਨੀ ਨਾਲ ਸਧਾਰਨ ਬਹੁਮਤ ਯਾਨੀ 100 ਚੋਂ 51 ਜਣੇ, ਯਾਨੀ ਕਿ 50 ਤੋਂ ਵੱਧ ਹੋ ਗਏ, 50% ਤੋਂ ਜ਼ਿਆਦਾ ਤਾਂ ਬਦਲਿਆ ਜਾ ਸਕਦਾ। ਲੇਕਿਨ ਕਈ ਮਾਮਲਿਆਂ 'ਚ ਬੜਾ ਔਖਾ ਤਰੀਕਾ ਵੀ ਹੈ, ਯਾਨੀ ਉੱਥੇ 2/3 ਬਹੁਮਤ ਚਾਹੀਦਾ ਹੈ, ਯਾਨੀ 100 ਚੋਂ 75 ਜਾਂ ਉਸ ਤੋਂ ਜ਼ਿਆਦਾ ਦਾ ਬਹੁਮਤ, ਪ੍ਰਤੀਸ਼ਤ ਦੀ ਇੱਥੇ ਬੇਟੇ ਮੈਂ ਗੱਲ ਕਰ ਰਿਹਾ, ਤਾਂ ਚਾਹੀਦਾ ਹੈ। ਤੀਸਰੀ ਜਿਹੜੀ ਵਿਸ਼ੇਸ਼ਤਾ ਹੈ ਸਾਡੇ ਭਾਰਤ ਦੇ ਸੰਵਿਧਾਨ ਦੀ ਉਹ ਹੈ ਸੰਘਾਤਮਕ ਸਰਕਾਰ ਹੈ। ਸਾਡੇ ਸੰਵਿਧਾਨ ਦੀ ਇੱਕ ਬੜੀ ਮਹੱਤਵਪੂਰਨ ਵਿਸ਼ੇਸ਼ਤਾ ਹੈ ਕਿ ਇਸ ਦੇ ਅਧੀਨ ਸੰਘੀ ਸ਼ਾਸਨ ਪ੍ਰਣਾਲੀ ਦੀ ਸਥਾਪਨਾ ਕੀਤੀ ਗਈ ਹੈ। ਹੁਣ ਇਹਦੇ 'ਚ ਕਿਹੜੀਆਂ ਵਿਸ਼ੇਸ਼ ਗੱਲਾਂ ਹੁੰਦੀਆਂ ਨੇ? ਸਭ ਤੋਂ ਪਹਿਲੇ ਸ਼ਕਤੀਆਂ ਦੀ ਵੰਡ ਹੈ। ਸੰਘਾਤਮਕ ਸਰਕਾਰ ਦਾ ਮਤਲਬ ਹੈ ਜਿਵੇਂ ਹੁਣ ਸਾਡਾ ਪੰਜਾਬ ਹੈ, ਪੰਜਾਬ ਦੀ ਸਾਡੀ ਵੱਖਰੀ ਸਰਕਾਰ ਹੈ, ਔਰ ਭਾਰਤ ਹੈ, ਭਾਰਤ ਦੀ ਵੱਖਰੀ ਸਰਕਾਰ ਹੈ। ਤਾਂ ਦੋ ਸਰਕਾਰਾਂ ਨੇ, ਹੁਣ ਸਾਡੇ 'ਤੇ ਕਿਹਦਾ ਕਾਨੂੰਨ ਲਾਗੂ ਹੋਏਗਾ? ਤਾਂ ਸ਼ਕਤੀਆਂ ਦੀ ਵੰਡ ਕੀਤੀ ਹੋਈ ਹੈ। ਸੰਵਿਧਾਨ ਦੇ ਵਿੱਚ ਲਿਖਿਆ ਹੈ ਕਿ ਯਾਨੀ ਲੋਕਾਂ ਦੇ ਪ੍ਰਤੀ ਪੰਜਾਬ ਸਰਕਾਰ ਕਿਹੜੇ ਕਾਨੂੰਨ ਬਣਾ ਸਕਦੀ ਹੈ, ਕਿਹੜੇ ਮਾਮਲਿਆਂ ਵਿੱਚ ਕਾਨੂੰਨ ਬਣਾ ਸਕਦੀ ਹੈ, ਔਰ ਭਾਰਤ ਸਰਕਾਰ ਜਿਹੜੀ ਹੈ ਉਹ ਕਿੰਨਾ ਮਾਮਲਿਆਂ ਦੇ ਵਿੱਚ ਕਾਨੂੰਨ ਬਣਾ ਸਕਦੀ ਹੈ। ਤਾਂ ਇਹ ਸ਼ਕਤੀਆਂ ਦੀ ਜਿਹੜੀ ਵੰਡ ਹੈ ਉਹ ਕੀਤੀ ਗਈ ਹੈ। ਲਿਖਤੀ ਤੇ ਕਠੋਰ ਸੰਵਿਧਾਨ ਹੈ। ਲਿਖਤੀ ਹੈ, ਕਠੋਰ ਆਪਾਂ ਪਿੱਛੇ ਪੜ੍ਹ ਲਿਆ ਹੈ। ਸੰਵਿਧਾਨ ਦੀ ਸਰਵਉੱਚਤਾ ਹੈ, ਯਾਨੀ ਕੋਈ ਵੀ ਕਾਨੂੰਨ ਸੰਵਿਧਾਨ ਨਾਲੋਂ ਵੱਡਾ ਨਹੀਂ, ਸੰਵਿਧਾਨ ਦਾ ਵਿਰੋਧ ਕਰਕੇ ਕਾਨੂੰਨ ਨਹੀਂ ਬਣ ਸਕਦਾ, ਸੰਵਿਧਾਨ ਸਰਵਉੱਚ ਹੈ। ਅਗਰ ਕੋਈ ਐਸਾ ਕਾਨੂੰਨ ਬਣ ਜਾਂਦਾ ਹੈ ਜਿਹੜਾ ਸੰਵਿਧਾਨ ਦੇ ਖਿਲਾਫ ਹੈ ਜਾਂ ਸੰਵਿਧਾਨ ਦੀ ਕਿਸੇ ਵੀ ਅਨੁਸੂਚੀ, ਕਿਸੇ ਭਾਵਨਾ ਦੇ ਖਿਲਾਫ ਹੈ, ਤਾਂ ਉਸ ਨੂੰ ਰੱਦ ਕੀਤਾ ਜਾਏਗਾ। ਸੁਤੰਤਰ ਨਿਆਂਪਾਲਿਕਾ ਹੈ, ਯਾਨੀ ਸਭ ਨੂੰ ਨਿਆਂ ਮਿਲੇਗਾ, ਉਹਦੇ 'ਤੇ ਕੋਈ ਬੰਦਿਸ਼ ਨਹੀਂ, ਕਿਸੇ ਦਾ ਕੋਈ ਪ੍ਰੈਸ਼ਰ ਨਹੀਂ।
ਦੋ ਸਦਨੀ ਵਿਧਾਨ ਪਾਲਿਕਾ ਹੈ। ਦੋ ਸਦਨੀ ਵਿਧਾਨ ਪਾਲਿਕਾ ਜਿੱਥੇ ਉਤਲਾ ਸਦਨ ਸਾਡਾ ਰਾਜ ਸਭਾ ਹੈ ਔਰ ਥੱਲੜਾ ਜਿਹੜਾ ਹੈ ਲੋਕ ਸਭਾ ਹੈ। ਰਾਜ ਸਭਾ ਉੱਪਰ ਵਾਲਾ ਸਦਨ ਜਿਹੜਾ ਹੈ ਉਹਨੂੰ ਸਾਡੇ ਜਿਵੇਂ ਹੁਣ ਪੰਜਾਬ ਸਾਰੀ ਗੱਲ ਮੈਂ ਕਰਾਂ ਵੀ ਕੌਣ ਚੁਣਦਾ ਹੈ, ਉਹਦੇ ਇਲੈਕਸ਼ਨ ਕਿਵੇਂ ਹੁੰਦੇ ਨੇ, ਤਾਂ ਰਾਜ ਸਭਾ ਜਿਹੜੀ ਹੈ ਉਸਨੂੰ ਸਾਡੇ ਜਿਹੜੇ ਲੋਕ ਸਭਾ ਦੇ MP ਹੁੰਦੇ ਨੇ ਪਲੱਸ ਸਾਡੇ ਸਟੇਟਸ ਦੇ ਜਿਹੜੇ ਜਿਵੇਂ ਪੰਜਾਬ ਦੇ MLAs ਹੁੰਦੇ ਨੇ ਰਲ ਕੇ ਚੁਣਦੇ ਨੇ। ਲੇਕਿਨ ਲੋਕ ਸਭਾ ਦੇ ਜਿਹੜੇ ਮੈਂਬਰ ਹੁੰਦੇ ਨੇ MPs ਉਹ ਅਸੀਂ ਖੁਦ ਚੁਣਦੇ ਹਾਂ। ਜਿਵੇਂ ਇਸ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਉਹਨਾਂ ਦਾ ਜਿਹੜਾ ਚੁਣਾਵ ਹੈ ਉਹ ਲੋਕਾਂ ਨੇ ਉਹਨਾਂ ਨੂੰ ਚੁਣਿਆ ਹੈ, ਲੋਕ ਸਭਾ ਦੇ ਉਹ ਮੈਂਬਰ ਨੇ। ਤਾਂ MP ਦੀਆਂ ਵੋਟਾਂ ਹੁੰਦੀਆਂ ਨੇ ਉਹ ਲੋਕ ਸਭਾ ਲਈ ਹੁੰਦੀਆਂ ਨੇ। ਦੋ ਸਦਨ ਇਸ ਤਰ੍ਹਾਂ ਨੇ, ਰਾਜ ਸਭਾ ਔਰ ਲੋਕ ਸਭਾ। ਅਗਲੀ ਜਿਹੜੀ ਸਾਡੇ ਸੰਵਿਧਾਨ ਦੀ ਵਿਸ਼ੇਸ਼ਤਾ ਹੈ ਉਹ ਹੈ ਸੁਤੰਤਰ ਅਤੇ ਨਿਰਪੱਖ ਨਿਆਂਪਾਲਿਕਾ। ਹੁਣ ਕੋਈ ਵੀ ਦੇਸ਼ ਜਿਹੜਾ ਹੈ ਅਗਰ ਉਹਦੇ 'ਚ ਜਿਹੜੀ ਨਿਆਂਪਾਲਿਕਾ ਹੈ ਜਿੱਥੇ ਲੋਕਾਂ ਨੂੰ ਨਿਆਂ ਮਿਲਦਾ ਹੈ, ਲੋਕ ਨਿਆਂ ਦੀ ਉਮੀਦ ਨਾਲ ਜਾਂਦੇ ਨੇ, ਅਗਰ ਉਹ ਨਿਰਪੱਖ ਨਹੀਂ ਹੈ ਤਾਂ ਫਿਰ ਬੜੀ ਸਮੱਸਿਆ ਵਾਲੀ ਗੱਲ ਹੈ। ਉੱਥੇ ਲੋਕਤੰਤਰ ਕਿਵੇਂ ਹੋ ਸਕਦਾ ਹੈ ਜਾਂ ਸਮਾਨਤਾ ਕਿਵੇਂ ਹੋ ਸਕਦੀ, ਸੁਤੰਤਰਤਾ ਕਿਵੇਂ ਕਾਇਮ ਰਹੇਗੀ। ਤਾਂ ਸੰਘਾਤਮਕ ਸ਼ਾਸਨ ਪ੍ਰਣਾਲੀ ਦੀ ਸਫਲਤਾ ਲਈ ਔਰ ਅਗਰ ਨਾਗਰਿਕਾਂ ਦੇ ਅਧਿਕਾਰਾਂ ਦੀ ਰੱਖਿਆ ਕਰਨੀ ਹੈ ਤਾਂ ਨਿਆਂ ਜਿਹੜਾ ਹੈ ਉਹ ਸੁਤੰਤਰ ਅਤੇ ਨਿਰਪੱਖ ਹੋਣਾ ਜ਼ਰੂਰੀ ਹੈ। ਤਾਂ ਭਾਰਤ ਵਿੱਚ ਸੰਵਿਧਾਨ ਦੇ ਵਿੱਚ ਇਸ ਦੇ ਵਿੱਚ ਸਾਰਾ ਜਿਹੜਾ ਹੈ ਉਹ ਪ੍ਰਬੰਧ ਕੀਤਾ ਗਿਆ ਹੈ। ਭਾਰਤੀ ਸੰਵਿਧਾਨ ਅਧੀਨ ਸੁਪਰੀਮ ਕੋਰਟ, ਹਾਈ ਕੋਰਟ ਅਤੇ ਉਹਨਾਂ ਦੇ ਅਧੀਨ ਕੁਝ ਕੋਰਟਾਂ ਦਾ ਪ੍ਰਬੰਧ ਕੀਤਾ ਗਿਆ ਹੈ ਜੋ ਕਿ ਆਜ਼ਾਦ ਅਤੇ ਨਿਰਪੱਖ ਹੋ ਕੇ ਫੈਸਲੇ ਕਰਦੇ ਨੇ। ਅਜਿਹਾ ਨਿਆਇਕ ਪ੍ਰਬੰਧ ਸੰਘਾਤਮਕ ਰਾਜ ਲਈ ਜ਼ਰੂਰੀ ਸ਼ਰਤ ਹੁੰਦਾ। ਹੁਣ ਤੁਸੀਂ ਦੇਖਦੇ ਹੋ ਬੜੀ ਵਾਰ ਐਸਾ ਹੁੰਦਾ ਹੈ ਜਦੋਂ ਸਰਕਾਰ ਕੋਈ ਫੈਸਲਾ ਲੈਂਦੀ ਹੈ ਲੇਕਿਨ ਕੋਰਟ 'ਚ ਜਾ ਕੇ ਉਹ ਫੈਸਲਾ ਪਲਟ ਜਾਂਦਾ ਹੈ, ਯਾਨੀ ਅਗਰ ਕੋਰਟ ਜਿਹੜਾ ਹੈ ਉਹ ਸਰਕਾਰ ਦੇ ਫੈਸਲਿਆਂ ਨੂੰ ਵੀ ਪਲਟ ਦਿੰਦਾ ਹੈ ਜਾਂ ਕਿਸੇ ਨੂੰ ਵੀ ਚੈੱਕ ਕਰ ਸਕਦਾ ਹੈ। ਤਾਂ ਇਹ ਭਾਰਤ ਦੀ ਸੁਤੰਤਰ ਔਰ ਨਿਰਪੱਖ ਨਿਆਂਪਾਲਿਕਾ ਦੀ ਉਦਾਹਰਣ ਹੈ। ਅਗਲੀ ਵਿਸ਼ੇਸ਼ਤਾ ਸਾਡੇ ਸੰਵਿਧਾਨ ਦੀ ਹੈ ਸੰਸਦੀ ਸ਼ਾਸਨ ਪ੍ਰਣਾਲੀ। ਸਾਡੇ ਦੇਸ਼ ਵਿੱਚ ਜਿਹੜੀ ਸ਼ਾਸਨ ਪ੍ਰਣਾਲੀ ਦੀ ਸਥਾਪਨਾ ਕੀਤੀ ਗਈ ਹੈ ਉਹ ਹੈ ਸੰਸਦੀ ਸ਼ਾਸਨ ਪ੍ਰਣਾਲੀ। ਅਜਿਹੀ ਪ੍ਰਣਾਲੀ ਵਿੱਚ ਕਾਰਜਪਾਲਿਕਾ ਦਾ ਮੁਖੀ ਯਾਨੀ ਸਰਕਾਰ ਦਾ ਮੁਖੀ ਕੌਣ ਹੁੰਦਾ ਹੈ? ਰਾਸ਼ਟਰਪਤੀ। ਲੇਕਿਨ ਉਹ ਨਾਮ ਮਾਤਰ ਦਾ ਮੁਖੀ ਹੁੰਦਾ ਹੈ, ਕਹਿਣ ਨੂੰ ਤਾਂ ਮੁਖੀ ਉਹ ਹੈ ਲੇਕਿਨ ਸ਼ਾਸਨ ਦੀ ਵਾਸਤਵਿਕ ਸ਼ਕਤੀ ਮੰਤਰੀ ਮੰਡਲ ਕੋਲੇ ਹੁੰਦੀ ਹੈ, ਜਿੰਦਾ ਮੁਖੀ ਕੌਣ ਹੁੰਦਾ ਹੈ? ਜਿਹਨੂੰ ਅਸੀਂ ਪ੍ਰਧਾਨ ਮੰਤਰੀ ਕਹਿੰਦੇ ਹਾਂ। ਤਾਂ ਸਾਰੇ ਕੰਮ ਜਿਹੜੇ ਹੈ ਉਹ ਕਰਦੇ ਹੈ। ਇਸ ਪ੍ਰਕਾਰ ਦੀ ਸਰਕਾਰ ਜਿਹੜੀ ਹੈ ਅਪ੍ਰਤੱਖ ਰੂਪ 'ਚ ਜਨਤਾ ਦੇ ਪ੍ਰਤੀ ਉੱਤਰਦਾਈ ਹੁੰਦੀ ਹੈ। ਸੰਸਦੀ ਸਰਕਾਰ ਦਾ ਜਿਹੜਾ ਇਹ ਨਮੂਨਾ ਹੈ ਅਸੀਂ ਉਹ ਇੰਗਲੈਂਡ ਤੋਂ ਗ੍ਰਹਿਣ ਕੀਤਾ ਹੈ, ਕਿਉਂਕਿ ਸਾਡੇ 'ਤੇ ਬੜੇ ਸਾਲ ਅੰਗਰੇਜ਼ਾਂ ਨੇ ਰਾਜ ਕੀਤਾ। ਤਾਂ ਅੰਗਰੇਜ਼ਾਂ ਦੀ ਜੋ ਸ਼ਾਸਨ ਪ੍ਰਣਾਲੀ ਸੀ, ਜਿਹੜੇ ਭਾਰਤੀ ਸੰਵਿਧਾਨ ਕਮੇਟੀ ਸੀ, ਉਹ ਉਹਨਾਂ ਤੋਂ ਬੜੀਆਂ ਮਾਮਲਿਆਂ 'ਚ ਪ੍ਰਭਾਵਿਤ ਸੀ। ਤਾਂ ਇਸ ਕਰਕੇ ਇਹ ਚੀਜ਼ ਅਸੀਂ ਉੱਥੋਂ ਲਈ ਹੈ। ਅਗਲੀ ਵਿਸ਼ੇਸ਼ਤਾ ਹੈ ਜੀ ਬਾਲਕ ਮਤ ਅਧਿਕਾਰ ਅਤੇ ਪ੍ਰਭੂਸੱਤਾ ਜਨਤਾ ਦੇ ਕੋਲ। ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦੇ ਆਰੰਭ ਵਿੱਚ ਅਸੀਂ ਲਿਖਿਆ ਅਸੀਂ ਭਾਰਤ ਦੇ ਲੋਕ ਸ਼ਬਦਾਂ ਨਾਲ ਅਸੀਂ ਇਸ ਚੀਜ਼ ਦਾ ਆਪਾਂ ਪਿੱਛੇ ਪੜ੍ਹ ਕੇ ਆਏ ਹਾਂ। ਤਾਂ ਇਹਦਾ ਮਤਲਬ ਕੀ ਹੈ? ਸੰਵਿਧਾਨ ਜਿਹੜਾ ਹੈ ਉਹ ਲੋਕਾਂ ਦਾ ਸੰਵਿਧਾਨ ਹੈ, ਕਿਉਂਕਿ ਭਾਰਤ ਦੇ ਵਿੱਚ ਰਾਜ ਦੇ ਜਿਹੜੇ ਵਾਸਤਵਿਕ ਸੱਤਾ ਦਾ ਅਧਿਕਾਰੀ ਕੌਣ ਹੈ? ਉਹ ਆਮ ਵਿਅਕਤੀ ਹੈ। ਹੁਣ ਜਿਵੇਂ ਅਸੀਂ 18 ਸਾਲ ਦੇ ਕੋਈ ਵੀ ਭਾਰਤ ਵਿੱਚ ਹੋ ਜਾਂਦਾ ਹੈ, ਕਿਸੇ ਵੀ ਜਾਤ ਧਰਮ ਦਾ ਹੋਵੇ, ਉਹ ਵੋਟ ਪਾਉਣ ਦਾ ਅਧਿਕਾਰ ਜਿਹੜਾ ਹੈ ਉਹ ਰੱਖਦਾ ਹੈ। ਉਹ ਵੋਟ ਪਾਉਂਦਾ ਹੈ ਤਾਂ ਸਰਕਾਰ ਬਣਦੀ ਹੈ। ਲੋਕ ਜਿਸ ਪਾਰਟੀ ਨੂੰ ਵੋਟ ਪਾਉਂਦੇ ਨੇ ਉਸ ਪਾਰਟੀ ਦੀ ਸਰਕਾਰ ਬਣਦੀ ਹੈ। ਯਾਨੀ ਅੰਤਿਮ ਪ੍ਰਭੂ ਸੱਤਾ ਲੋਕਾਂ ਦੇ ਕੋਲੇ ਹੈ। ਸਰਕਾਰ ਸੇਵਕ ਹੈ, ਮਾਲਕ ਕੌਣ ਹੈ? ਲੋਕ ਹਨ। ਅਗਲੀ ਵਿਸ਼ੇਸ਼ਤਾ ਕੀ ਹੈ? ਮੌਲਿਕ ਅਧਿਕਾਰ ਅਤੇ ਰਾਜ ਦੇ ਨੀਤੀ ਨਿਰਦੇਸ਼ਕ ਸਿਧਾਂਤ। ਹੁਣ ਭਾਰਤ ਦੇ ਸੰਵਿਧਾਨ ਦੇ ਵਿੱਚ ਲੋਕਾਂ ਦੇ ਕੁਝ ਮੌਲਿਕ ਅਧਿਕਾਰਾਂ ਦਾ ਜ਼ਿਕਰ ਜਿਹੜਾ ਹੈ, ਵਰਣਨ ਜਿਹੜਾ ਹੈ ਉਹ ਕੀਤਾ ਗਿਆ ਹੈ। ਸੰਵਿਧਾਨ ਦੇ 3 ਅਧਿਆਏ ਵਿੱਚ ਮੌਲਿਕ ਅਧਿਕਾਰਾਂ ਅਤੇ 4ਥੇ ਅਧਿਆਏ ਵਿੱਚ ਰਾਜ ਦੇ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦਾ ਜ਼ਿਕਰ ਜਿਹੜਾ ਹੈ ਉਹ ਕੀਤਾ ਗਿਆ ਹੈ। ਹੁਣ ਆਪਾਂ ਮੌਲਿਕ ਸਿਧਾਂਤਾਂ ਦੀ ਅਗਰ ਗੱਲ ਕਰੀਏ, ਮੌਲਿਕ ਅਧਿਕਾਰਾਂ ਦੀ ਸਮਾਨਤਾ, ਸੁਤੰਤਰਤਾ, ਧਰਮ ਦੀ ਆਜ਼ਾਦੀ, ਸ਼ੋਸ਼ਣ ਦੇ ਵਿਰੁੱਧ ਅਧਿਕਾਰ, ਸੱਭਿਆਚਾਰਕ ਅਤੇ ਸਿੱਖਿਆ ਸੰਬੰਧੀ ਅਧਿਕਾਰ, ਸੰਵਿਧਾਨਿਕ ਉਪਾਵਾਂ ਦੇ ਅਧਿਕਾਰ ਦਾ ਵਿਸਥਾਰ ਨਾਲ ਵਰਣਨ ਜਿਹੜਾ ਹੈ ਉਹ 3 ਅਧਿਆਏ ਜਿਹੜਾ ਹੈ ਸੰਵਿਧਾਨ ਦਾ ਉਹਦੇ ਵਿੱਚ ਕੀਤਾ ਗਿਆ ਹੈ। ਔਰ ਰਾਜ ਦੇ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਜਿਨ੍ਹਾਂ ਸਮਾਜਵਾਦੀ, ਗਾਂਧੀਵਾਦੀ ਅਤੇ ਉਦਾਰਵਾਦੀ ਨੇ, ਭਾਰਤ ਵਿੱਚ ਸਮਾਜਿਕ ਅਤੇ ਆਰਥਿਕ ਲੋਕਤੰਤਰ ਦੀ ਸਥਾਪਨਾ ਲਈ ਸੰਵਿਧਾਨ ਵਿੱਚ ਇਹ ਅੰਕਿਤ ਕੀਤੇ ਗਏ ਨੇ। ਇਹ ਜਿਹੜਾ ਮੌਲਿਕ ਅਧਿਕਾਰਾਂ ਦਾ ਟੌਪਿਕ ਹੈ ਔਰ ਨੀਤੀ ਨਿਰਦੇਸ਼ਕ ਸਿਧਾਂਤਾਂ ਦਾ ਟੌਪਿਕ ਹੈ ਉਹ ਆਪਾਂ ਬੇਟੇ ਨੈਕਸਟ ਵੀਡੀਓ ਜਿਹੜੀ ਕਰਾਂਗੇ, ਇਸੇ ਲੈਸਨ ਦਾ ਜਿਹੜਾ ਅਗਲਾ ਉਹ ਪਾਰਟ ਹੈ, ਆਪਾਂ ਉਹਦੇ ਵਿੱਚ ਵਿਸਥਾਰ ਨਾਲ ਇਸ ਦੀ ਗੱਲ ਕਰਾਂਗੇ, ਤੁਹਾਨੂੰ ਫਿਰ ਜ਼ਿਆਦਾ ਸਮਝ ਆ ਜਾਏਗਾ। ਅੱਗੇ ਹੈ ਨਾਗਰਿਕਾਂ ਦੇ ਮੌਲਿਕ ਕਰਤੱਵ। ਹੁਣ ਜਿੱਥੇ ਸਾਡੇ ਅਧਿਕਾਰਾਂ ਦੀ ਗੱਲ ਕੀਤੀ ਗਈ ਹੈ ਉੱਥੇ
ਸਾਡੀਆਂ ਡਿਊਟੀਜ਼ ਕੀ ਨੇ, ਸਾਨੂੰ ਕਰਨਾ ਕੀ ਚਾਹੀਦਾ ਹੈ, ਉਹਦੀ ਵੀ ਜ਼ਿਕਰ ਜਿਹੜਾ ਹੈ ਉਹ ਕੀਤਾ ਗਿਆ ਹੈ। ਇਹ 42ਵੀਂ ਸੋਧ ਸੰਵਿਧਾਨ ਵਿੱਚ 1976 'ਚ ਹੋਈ ਸੀ, ਤਾਂ ਇਹ ਨਵਾਂ ਭਾਗ ਜਿਹੜਾ 4A ਦਰਜ ਕੀਤਾ ਗਿਆ ਔਰ 51A ਨੰਬਰ 'ਤੇ ਇੱਕ ਨਵੇਂ ਅਨੁਛੇਦ ਦੇ ਅਧੀਨ ਇਹ ਜਿਹੜੇ ਕਰਤੱਵ ਨੇ ਉਹ ਦੱਸੇ ਗਏ ਨੇ। ਇਸ ਤੋਂ ਇਲਾਵਾ ਇੱਕ ਹੋਰ ਵਿਸ਼ੇਸ਼ਤਾ ਹੈ ਰਾਸ਼ਟਰਪਤੀ ਦੀਆਂ ਸੰਕਟਕਾਲੀਨ ਸ਼ਕਤੀਆਂ। ਭਾਰਤ ਦੇ ਵਿੱਚ ਹੁਣ ਜਿਹੜੀ ਵਿਧਾਨ ਪਾਲਿਕਾ ਹੈ ਉਹਦਾ ਨਾਮ ਮਾਤਰ ਦਾ ਮੁਖੀ ਰਾਸ਼ਟਰਪਤੀ ਹੁੰਦਾ ਹੈ, ਲੇਕਿਨ ਭਾਰਤ ਦੇ ਸੰਵਿਧਾਨ ਵਿੱਚ ਐਸੀ ਕਈ ਸਥਿਤੀਆਂ ਦਾ ਜ਼ਿਕਰ ਹੈ। ਅਗਰ ਸੰਕਟਕਾਲੀਨ ਸਮਾਂ ਹੋਵੇ, ਕੋਈ ਮੁਸ਼ਕਲ ਦਾ ਸਮਾਂ ਹੋਵੇ, ਉਹ ਸਮਾਂ ਕਿਹੜਾ, ਜਦੋਂ ਦੇਸ਼ 'ਤੇ ਕੋਈ ਹਮਲਾ ਹੋ ਜਾਵੇ ਬਾਹਰਲੇ ਕਿਸੇ ਦੇਸ਼ ਦਾ, ਦੇਸ਼ ਦੇ ਵਿੱਚ ਕੋਈ ਹਥਿਆਰਬੰਦ ਵਿਦਰੋਹ ਹੋਣ ਦੀ ਕੋਈ ਸਥਿਤੀ ਪੈਦਾ ਹੋ ਜਾਵੇ, ਕੋਈ ਆਰਥਿਕ ਤੌਰ 'ਤੇ ਸਮੱਸਿਆ ਖੜੀ ਹੋ ਜਾਵੇ ਵੱਡੀ, ਸੰਘਾਤਮਕ ਸਿਸਟਮ ਦੇ ਵਿੱਚ ਜਿਹੜੀਆਂ ਰਾਜ ਸਰਕਾਰ ਔਰ ਕੇਂਦਰ ਸਰਕਾਰ ਦੇ ਵਿੱਚ ਕੋਈ ਵੱਡਾ ਮਤਭੇਦ ਪੈਦਾ ਹੋ ਜਾਵੇ, ਜਾਂ ਰਾਜ ਦੀ ਸੰਵਿਧਾਨਿਕ ਮਸ਼ੀਨਰੀ ਫੇਲ ਹੋ ਜਾਵੇ, ਐਸੀਆਂ ਵਿਸ਼ੇਸ਼ ਅਵਸਥਾਵਾਂ ਦੇ ਵਿੱਚ ਰਾਸ਼ਟਰਪਤੀ ਨੂੰ ਵਿਸ਼ੇਸ਼ ਤਾਕਤਾਂ ਸਾਡਾ ਸੰਵਿਧਾਨ ਜਿਹੜਾ ਹੈ ਉਹ ਦਿੰਦਾ ਹੈ ਔਰ ਉਹ ਸਾਰਾ ਸਿਸਟਮ ਜਿਹੜਾ ਹੈ ਰਾਜ ਦਾ ਫਿਰ ਚੱਲਦਾ ਹੈ।